एक हुंदी आ असल ते एक हुंदी आ नस्ल। बंदे दियां करतूतां नहीं कदी लुकदियां हुंदियां, जो मर्जी हो जावे। जेदे खून विच जो चीज़ है ना, ਉਹਨੂੰ ਭਾਵੇਂ ਮੁੱਖ ਮੰਤਰੀ ਬਣਾ ਦਿਓ, ਭਾਵੇਂ MLA ਬਣਾ ਦਿਓ, ਭਾਵੇਂ MP ਬਣਾ ਦਿਓ, ਉਹਦਾ ਖੂਨ ਰੰਗ ਵਿਖਾਉਂਦਾ ਹੀ ਵਿਖਾਉਂਦਾ ਵਾ। ਅਰਬ ਦੇ ਵਿੱਚ ਨਾ ਇੱਕ ਕਹਾਣੀ ਸੁਣਾਉਂਦੇ ਹੁੰਦੇ ਆ, ਅਸਲੀ ਦੀ ਤੇ ਨਸਲੀ ਦੀ ਗੱਲ। ਉਹ ਕਹਿੰਦੇ ਇੱਕ ਬੰਦਾ ਆ ਗਿਆ, ਪੜ੍ਹਿਆ ਲਿਖਿਆ ਬੜਾ ਸੀ, ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਤੇ ਹਿਸਾਬੀ ਕਿਤਾਬੀ ਬੜਾ ਸੀ। ਉਹ ਜਦੋਂ ਆ ਕੇ ਬਾਦਸ਼ਾਹ ਨੂੰ ਮਿਲਿਆ ਨਾ, ਉਹਨੇ ਬਾਦਸ਼ਾਹ ਨੂੰ ਆਪਣੀਆਂ ਡਿਗਰੀਆਂ ਵਿਖਾਈਆਂ, ਮੈਂ ਇੱਥੋਂ ਪੜ੍ਹਿਆ, ਮੈਂ ਇੱਥੋਂ ਪੜ੍ਹਿਆ, ਮੈਂ ਇੱਥੋਂ ਪੜ੍ਹਿਆ। ਤੇ ਬਾਦਸ਼ਾਹ ਕਹਿੰਦਾ ਵੀ ਇਸ ਬੰਦੇ ਨੂੰ ਨਾ ਮੇਰੇ ਘੋੜਿਆਂ ਦੇ ਤਬੇਲੇ ਵਿੱਚ ਘੋੜਿਆਂ ਦੀ ਰਾਖੀ ਵਾਸਤੇ ਡਿਊਟੀ ਦੇ ਦਿਓ। ਬੰਦਾ ਬੜਾ ਹੈਰਾਨ ਵੀ ਇੰਨਾ ਪੜ੍ਹਿਆ ਲਿਖਿਆ ਤੇ ਬਾਦਸ਼ਾਹ ਨੇ ਕਦਰ ਮੇਰੀ ਧੇਲੇ ਦੀ ਨਹੀਂ ਪਾਈ। ਕਹਿੰਦਾ ਘੋੜਿਆਂ ਦੇ ਤਬੇਲੇ 'ਚ ਨੌਕਰੀ ਦੇ ਦਿਓ। ਚਲੋ ਉਹਨੇ 2-3 ਦਿਨ ਕੱਢੇ ਤੇ ਤੀਜੇ ਦਿਨ ਉਹਨੇ ਇੱਕ ਐਲਾਨ ਕੀਤਾ ਉਸ ਪੜ੍ਹੇ ਲਿਖੇ ਬੰਦੇ ਨੇ। ਕਹਿੰਦਾ ਬਾਦਸ਼ਾਹ, ਜਿਹੜਾ ਤੇਰਾ ਫਲਾਣਾ ਫਲਾਣਾ ਘੋੜਾ ਸਭ ਤੋਂ ਪਿਆਰਾ ਹੈ ਨਾ, ਉਹ ਨਸਲੀ ਨਹੀਂ ਹੈਗਾ। ਰੌਲਾ ਪੈ ਗਿਆ ਕਿ ਬਾਦਸ਼ਾਹ ਨੇ ਤਾਂ ਇੰਨਾ ਮਹਿੰਗਾ ਘੋੜਾ ਲਿਆਂਦਾ, ਨਸਲੀ ਕਿਉਂ ਨਹੀਂ ਆ? ਉਹ ਜਿਹਦੇ ਕੋਲੋਂ ਘੋੜਾ ਖਰੀਦਿਆ ਸੀ ਉਹਨੂੰ ਫੜ ਲਿਆਂਦਾ, ਭਾਈ ਆਹ ਘੋੜਾ ਨਸਲੀ ਆ ਕਿ ਨਹੀਂ? ਉਹਨੇ ਹੱਥ ਜੋੜ ਕੇ ਆਖਿਆ, ਜੀ ਘੋੜਾ ਤੇ ਨਸਲੀ ਆ, ਪਰ ਇਹਦੇ ਨਸਲ ਵਾਲੇ ਕੰਮ ਕੋਈ ਨਹੀਂ ਹੈਗੇ, ਕਿਉਂਕਿ ਇਹਦੀ ਮਾਂ ਬਚਪਨ ਵਿੱਚ ਮਰ ਗਈ ਸੀ ਤੇ ਇਹਨੂੰ ਗਧੀ ਦਾ ਦੁੱਧ ਪਿਆਇਆ ਵਾ। ਬਾਦਸ਼ਾਹ ਨੇ ਉਸ ਪੜ੍ਹੇ ਲਿਖੇ ਬੰਦੇ ਨੂੰ ਪੁੱਛਿਆ ਵੀ ਤੈਨੂੰ ਕਿੱਦਾਂ ਪਤਾ ਲੱਗਾ ਵੀ ਘੋੜਾ ਨਸਲੀ ਨਹੀਂ ਹੈਗਾ? ਕਹਿੰਦਾ ਜੇ ਹੁੰਦਾ ਘੋੜਾ ਨਸਲੀ, ਇਹਨੇ ਪੱਠੇ ਮੂੰਹ 'ਚ ਪਾ ਕੇ ਤੇ ਨਸਲ ਦਾ ਘੋੜਾ ਮੂੰਹ ਤਾਂ ਨੂੰ ਕਰਕੇ ਤੇ ਫਿਰ ਖਾਂਦਾ ਵਾ, ਇਹਦੇ ਮੂੰਹ ਠਾਂ ਕਰਕੇ ਘੋੜੇ ਖਾਈ ਗਿਆ। ਮੈਂ ਅੰਦਾਜ਼ਾ ਕੱਢਿਆ ਵੀ ਇਹ ਨਸਲੀ ਨਹੀਂ ਹੈਗਾ। ਬਾਦਸ਼ਾਹ ਖੁਸ਼ ਹੋਇਆ, ਕਹਿੰਦਾ ਇਹਦੇ ਘਰ 4 ਬੋਰੀਆਂ ਦਾਣਿਆਂ ਦੀਆਂ ਆਟੇ ਪਹੁੰਚਾ ਦਿਓ, ਚੌਲ ਪਹੁੰਚਾ ਦਿਓ, ਵੇਸਣ ਪਹੁੰਚਾ ਦਿਓ। ਚਲੋ ਟਾਈਮ ਪਾਸ ਹੋ ਗਿਆ। ਥੋੜੇ ਦਿਨ ਲੰਘੇ ਤੇ ਉਸ ਪੜ੍ਹੇ ਲਿਖੇ ਬੰਦੇ ਨੇ ਐਲਾਨ ਕੀਤਾ, ਬਾਦਸ਼ਾਹ ਜਿਹਨੂੰ ਤੂੰ ਪਟਰਾਣੀ ਕਹਿੰਦਾ ਵਾ, ਇਹ ਕੱਪੜੇ ਦੇ ਪਟਰਾਣੀ ਵਾਲੇ ਪਾਈ ਫਿਰਦੀ, ਪਰ ਨਸਲੀ ਇਹ ਵੀ ਨਹੀਂ ਆ। ਰੌਲਾ ਪੈ ਗਿਆ ਵੀ ਆਹ ਨਵੀਂ ਗੱਲ ਕੱਢ ਮਾਰੀ। ਘੋੜੇ ਤੱਕ ਤੇ ਠੀਕ ਸੀ, ਇਹ ਤੇ ਸਾਡੇ ਘਰ ਤੱਕ ਆ ਗਿਆ ਵੀ ਜਿਹੜੀ ਤੇਰੀ ਪਟਰਾਣੀ, ਉਹ ਪਟਰਾਣੀ ਵਾਲੇ ਹੈ ਹੀ ਨਹੀਂ ਕੰਮ ਉਹਦੇ 'ਚ। ਉਹਨੇ ਆਪਣੀ ਸੱਸ ਨੂੰ ਸੱਦਿਆ, ਰਾਜੇ ਨੇ। ਸੱਸ ਨੂੰ ਕਹਿੰਦਾ ਵੀ ਆਹ ਗੱਲ ਆ, ਉਹ ਫਲਾਣਾ ਫਲਾਣਾ ਬੰਦਾ ਕਹਿੰਦਾ ਵੀ ਆਹ ਜਿਹੜੀ ਪਟਰਾਣੀ ਆ, ਇਹ ਉਹ ਪਟਰਾਣੀ ਨਹੀਂ ਹੈਗੀ। ਠੀਕ ਆ, ਵਿਆਹੀ ਗਈ ਆ ਤੇਰੇ ਨਾਲ, ਪਰ ਕੰਮ ਪਟਰਾਣੀਆਂ ਵਾਲੇ ਨਹੀਂ ਹੈਗੇ। ਸੱਸ ਉਹਦੀ ਕਹਿੰਦੀ ਵੀ ਗੱਲ ਸੱਚੀ ਆ, ਇਹ ਧੀ ਸਾਡੀ ਅਸਲੀ ਨਹੀਂ ਹੈਗੀ, ਇਹਦੀ ਅਸਲੀ ਮਾਂ ਮਰ ਗਈ ਆ, ਇਹਨੂੰ ਅਸੀਂ ਮੰਗਣ ਵਾਲੀ ਦਾ ਦੁੱਧ ਪਿਆਇਆ ਵਾ। ਮੰਗਣ ਵਾਲੀ ਦਾ, ਕੂੜਾ ਕਰਕਟ ਚੁੱਕਣ ਵਾਲੀ ਦਾ ਦੁੱਧ ਪਿਆ ਕੇ ਤੇ ਪਾਲੀ ਆ। ਰਾਜੇ ਨੇ ਉਹ ਬੰਦੇ ਨੂੰ ਸੱਦਿਆ, ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ? ਕਹਿੰਦਾ ਮੈਂ ਇਹਨੂੰ ਖਾਂਦੀ ਨੂੰ ਵੇਖਿਆ ਵਾ। ਚੰਗੇ ਘਰਾਂ ਦੀਆਂ ਨੌਵਾਂ ਧੀਆਂ ਦੇ ਖਾਣ ਦਾ ਸਲੀਕਾ ਕੁਝ ਹੋਰ ਹੁੰਦਾ ਵਾ, ਮੈਂ ਲੁਕ ਕੇ ਵੇਖਿਆ ਵਾ। ਤੇਰੀ ਪਟਰਾਣੀ ਥੋੜੀ ਜਿਹੀ ਚੀਜ਼ ਉੱਥੇ ਰੱਖ ਦਿੰਦੀ ਆ, ਕਿਉਂਕਿ ਦੁੱਧ ਮੰਗਣ ਵਾਲੀ ਦਾ ਪੀਤਾ ਨਾ, ਉਹ ਚੀਜ਼ਾਂ ਖੂਨ ਚੋਂ ਜਾਂਦੀਆਂ ਥੋੜਾ, ਕੁਝ ਉੱਥੋਂ ਚੁੱਕਦੀ ਆ, ਕੁਝ ਉੱਥੋਂ ਚੁੱਕਦੀ ਆ, ਕੁਝ ਉੱਥੋਂ ਚੁੱਕਦੀ ਆ। ਮੈਂ ਹਿਸਾਬ ਕਿਤਾਬ ਲਾਇਆ ਵੀ ਕੱਪੜੇ ਪਟਰਾਣੀਆਂ ਵਾਲੇ, ਪਰ ਪਟਰਾਣੀ ਹੈ ਨਹੀਂ। ਰਾਜਾ ਬੜਾ ਖੁਸ਼ ਹੋਇਆ। ਉਹ ਕਹਿੰਦਾ 4 ਬੋਰੀਆਂ ਹੋਰ ਆਟੇ ਦੀਆਂ ਬੰਦੇ ਦੇ ਘਰ ਘੱਲ ਦਿਓ, ਥੋੜਾ ਜਿਹਾ ਦੁੱਧ ਘੱਲ ਦਿਓ, ਵੇਸਣ ਘੱਲ ਦਿਓ, ਘਿਓ ਘੱਲ ਦਿਓ, ਆ ਵੀ ਘੱਲ ਦਿਓ। 3 ਕੁ ਦਿਨ ਲੰਘੇ ਤੇ ਬੰਦਾ ਹਿਸਾਬ ਕਿਤਾਬ ਜਿਹਾ ਲਾ ਕੇ ਕਹਿੰਦਾ, ਰਾਜਾ ਨਸਲੀ ਤੂੰ ਵੀ ਨਹੀਂ ਹੈਗਾ। ਰਾਜਾ ਦੇ ਮਰਨ ਵਾਲਾ ਹੋ ਗਿਆ ਵੀ ਇਹ ਮੇਰੇ ਤੇ ਹੀ ਲੱਗ ਗਿਆ ਟੀਕਾ, ਇਹਦੇ ਮੈਨੂੰ ਹੀ ਕਹਿ ਗਿਆ। ਘੋੜੇ ਤੱਕ ਠੀਕ ਸੀ, ਪਟਰਾਣੀ ਤੱਕ ਠੀਕ ਸੀ, ਇਹਨੇ ਮੈਨੂੰ ਕਿਉਂ ਕਹਿ ਦਿੱਤਾ? ਉਹਨੇ ਆਪਣੀ ਮਾਂ ਸੱਦ ਲਈ। ਮਾਂ ਨੂੰ ਆਪਣੇ ਕੋਲ ਸੱਦ ਕੇ ਕਹਿੰਦਾ ਵੀ ਆਹ ਗੱਲ ਆ, ਮੈਂ ਰਾਜੇ ਦਾ ਪੁੱਤ ਹੈਗਾ ਕਿ ਨਹੀਂ ਹੈਗਾ? ਮਾਂ ਨੇ ਆਵਾਜ਼ ਮਾਰ ਕੇ ਆਖਿਆ, ਮੇਰਾ ਅਸਲੀ ਪੁੱਤ ਮਰ ਗਿਆ ਸੀ ਜਨਮ ਲੈਂਦੇ ਸਾਰ, ਤੇ ਸਾਡੇ ਲਾਗੇ ਉਦਣ ਹੀ ਹਲਵਾਈ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਸੀ, ਤੇ ਤੂੰ ਆ ਹਲਵਾਈ ਦਾ ਪੁੱਤ। ਅਸੀਂ ਉਹਨੂੰ ਪੈਸੇ ਦੇ ਕੇ ਤੈਨੂੰ ਖਰੀਦ ਲਿਆ ਤੇ ਤੈਨੂੰ ਰਾਜਾ ਮਹਾਰਾਜਾ ਬਣਾਇਆ। ਰਾਜੇ ਨੂੰ ਇੱਕ ਰੰਗ ਆਵੇ ਤੇ ਇੱਕ ਜਾਵੇ। ਉਸ ਬੰਦੇ ਨੂੰ ਕੋਲ ਸੱਦ ਕੇ ਕਹਿੰਦਾ, ਤੈਨੂੰ ਕਿੱਦਾਂ ਪਤਾ ਲੱਗਾ? ਕਹਿੰਦਾ ਮੈਨੂੰ ਤੇਰੀਆਂ ਕਰਤੂਤਾਂ ਤੋਂ ਪਤਾ ਲੱਗਾ। ਰਾਜੇ ਮਹਾਰਾਜੇ ਨੂੰ ਕੋਈ ਚੀਜ਼ ਸਹੀ ਕਰਕੇ ਦੱਸੀਏ, ਉਹ ਕਹਿੰਦਾ ਤੈਨੂੰ ਇੱਧਰ ਦਾ ਰਾਜ ਦਿੱਤਾ, ਉਹ ਕਹਿੰਦਾ ਤੈਨੂੰ ਇੱਧਰ ਦਾ ਰਾਜ ਦਿੱਤਾ। ਮੈਂ ਤੈਨੂੰ ਗੱਲਾਂ ਦੱਸਦਾ, ਤੂੰ ਮੈਨੂੰ ਆਟਾ ਦਾਲ ਦਈ ਜਾਂਦਾ। ਅਗਲੇ ਬੰਨੇ ਤੂੰ ਹੈ ਹੀ ਹਲਵਾਈ ਆ। ਮੈਂ ਹਿਸਾਬ ਜਿਹਾ ਲਾਇਆ ਵੀ ਤੂੰ ਰਾਜੇ ਦਾ ਪੁੱਤ ਜਾਪਦਾ ਹੀ ਨਹੀਂ ਆ। ਉਹ ਜਿਨ੍ਹਾਂ ਨੂੰ ਤੁਸੀਂ ਅੱਜ ਲੀਡਰ ਮੰਨੀ ਫਿਰਦੇ ਜੇ, ਨਸਲਾਂ ਨੂੰ ਤੇ ਵੇਖੋ, ਇਹ ਰੱਜੀਆਂ ਨਸਲਾਂ ਥੋੜਾ ਹੈ। ਇਹ ਉਹ ਲੋਕ ਆ
ਜਿਨ੍ਹਾਂ ਲੋਕਾਂ ਨੇ ਭੁੱਖ ਤੇ ਵੇਖੀ ਤੇ ਮੌਕਾ ਆਇਆ ਵੀ 5 ਸਾਲ ਲੁੱਟ ਕੇ ਖਾ ਲਓ ਤੇ ਜੇਬਾਂ ਭਰੋ ਤੇ ਨਜ਼ਾਰੇ ਲਓ। ਕੌਣ ਰੀਸਾਂ ਕਰੂਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ।